ਪੰਜਾਬੀ देख रहे तमाम दर्शकों का स्वागत है। मैं सुमन जेटली ते मेरे नाल मेरे सहयोगी सिमरनजोत ਸਿੰਘ ਮੱਕੜ ਇੱਕ ਵਾਰ ਫਿਰ ਤੋਂ ਲਾਈਵ ਹੋਏ ਆ ਪੰਜਾਬ ਦੇ ਤਾਜ਼ਾ ਹਾਲਾਤਾਂ ਬਾਰੇ ਤੁਹਾਨੂੰ ਦੱਸਣ ਦੇ ਲਈ ਤੇ ਬੜੇ ਦੁਖੀ ਮਨ ਦੇ ਨਾਲ ਕਹਿਣਾ ਪੈ ਰਿਹਾ ਕਿ ਅੱਜ ਦਾ ਦਿਨ ਪੰਜਾਬ ਵਾਸਤੇ ਸੂਬੇ ਵਾਸਤੇ ਕੋਈ ਬਹੁਤਾ ਚੰਗਾ ਨਹੀਂ ਰਿਹਾ। ਅੱਜ ਦੇ ਦਿਨ 33 ਮਾਮਲੇ ਸਾਹਮਣੇ ਆਏ ਨੇ ਜੋ ਕਿ कोरोना वायरस 33 लोग ने जिन्होंने कोरोना वायरस की पुष्टि हुई है, रिपोर्ट पॉजिटिव आई है। तो दस दिन है कि कितों कितों किन्ने मामले आए ने। SBS नगर तो 2 मामले, फरीदकोट तो 3 मामले, 11 मामले लुधियाना विच आए ने, जिस तो बाद लुधियाना भी हुण रेड जोन के अंडर आ चुका है। हुशियारपुर तो 3 मामले, SAS नगर तो 8 मामले, पटियाला तो 2, जलंधर तो 1, संगरूर तो 1। तो एक बड़ी वड्डी चिंता का विषय है कि ग्रीन जोन के विच आने वाला बठिंडा भी हुण ग्रीन जोन के अंडर नहीं रहा। 2 नवे मामले बठिंडा तो सामने आए ने। सिमरनजोत एक बेहद वड्डी चिंता का विषय, क्योंकि जिन्ने जिले ग्रीन जोन के विच सी एक करके जिले घटते जा रहे हैं। हुण केवल एक फाजिलका जिला रह गया जिथे कोरोना का कोई मामला नहीं सामने आया। देखो दर्शकों ਨੂੰ ਦੱਸ ਦਈਏ ਕਿ ਜਿਹੜੀ ਅੱਜ ਚਿੰਤਾ ਦਾ ਵਿਸ਼ਾ ਹੈ ਕਿ 33 ਮਾਮਲੇ ਆਏ ਆ, ਹੁਣ ਤੱਕ ਸਭ ਤੋਂ ਵੱਧ ਮਾਮਲੇ ਅੱਜ ਆਏ ਆ। ਪਰ ਇਹਦੇ 'ਚ ਹੋਰ ਚਿੰਤਾ ਦਾ ਤੇ ਗੰਭੀਰ ਵਿਸ਼ਾ ਇਸ ਕਰਕੇ ਵੀ ਹੈ ਕਿ 33 ਦੇ ਵਿੱਚੋਂ ਜੇ 5 ਮਾਮਲੇ ਛੱਡ ਦਈਏ, 2 ਸੁਮਨ SBS ਨਗਰ ਵਾਲੇ ਮੋਹਾਲੀ ਵਾਲੇ 2 ਮਾਮਲੇ ਜਿਹੜੇ ਛੱਡ ਦਈਏ ਔਰ 5 ਚੋਂ ਮਾਮਲੇ ਮਾਫ ਕਰਨਾ SBS ਨਗਰ ਵਾਲੇ ਔਰ ਮੋਹਾਲੀ ਵਾਲੇ 3 ਮਾਮਲੇ, ਟੋਟਲ ਇਹ 5 ਮਾਮਲੇ ਨੇ ਜਿਹੜੇ ਪੁਰਾਣੇ ਕੰਟੈਕਟਸ ਤੋਂ ਹੋਏ ਨੇ ਔਰ ਬਾਕੀ 33 ਚੋਂ ਤਕਰੀਬਨ 28 ਮਾਮਲੇ ਉਹ ਨੇ ਜਿਹੜੇ ਬਿਲਕੁਲ ਫਰੈਸ਼ ਜਿਹੜੇ ਕੇਸਸ ਆਏ ਆ। ਸੋ ਇਹ ਬੜਾ ਚਿੰਤਾ ਦਾ ਵਿਸ਼ਾ। ਕੀ ਹੋ ਰਿਹਾ ਸੀ, ਇਹ ਚੇਨ ਸੀਗੀ ਹੁਣ ਤੱਕ ਕਿ ਕਿਸੇ ਇੱਕ ਨੂੰ ਹੋਇਆ ਉਹਦੇ ਤੋਂ ਦੂਜੇ ਨੂੰ ਹੋ ਗਿਆ। 28 ਮਾਮਲੇ ਆਲਮੋਸਟ ਉਹ ਨੇ ਜਿਹੜੇ ਨਿਊ ਕੇਸਸ ਨੇ, ਜਿਹੜੇ ਨਵੇਂ ਮਾਮਲੇ ਸਾਹਮਣੇ ਆਏ ਨੇ। 2 ਮਾਮਲੇ ਤਾਂ ਕੰਟੈਕਟ ਆਫ ਪੋਜ਼ਿਟਿਵ ਕੇਸ ਜਿਹੜੇ ਨੇ ਉਹ SBS ਨਗਰ ਦੇ ਨੇ ਔਰ SAS ਨਗਰ ਵਾਲੇ 3 ਨੇ। ਤਾਂ ਉਹਦੇ 'ਚੋਂ ਇਹ ਬੜੀ ਚਿੰਤਾ ਦਾ ਵਿਸ਼ਾ ਹੈ ਕਿ ਚਾਹੇ ਉਹ ਵਿਦਿਆਰਥੀ ਜਿਹੜੇ ਬਾਹਰ ਗਏ ਹੋਏ ਸੀ ਉਹ ਸਟੇਟ ਦੇ ਵਿੱਚ ਦਾਖਲ ਹੋਏ ਨੇ, ਚਾਹੇ ਉਹਦੇ ਵਿੱਚ ਅਸੀਂ ਗੱਲ ਕਰ ਲਈਏ ਜਿਵੇਂ ਹੁਣ ਬਠਿੰਡਾ ਤੋਂ ਜਿਹੜੇ 2 ਮਾਮਲੇ ਆਏ ਆ ਤਾਂ ਉਹ ਵੀ ਹਜੂਰ ਸਾਹਿਬ ਤੋਂ ਸ਼ਰਧਾਲੂ ਦੱਸੇ ਜਾ ਰਹੇ ਨੇ। ਲੁਧਿਆਣਾ ਦੇ ਵਿੱਚ 7 ਮਾਮਲੇ ਸ਼ਰਧਾਲੂ ਜਿਹੜੇ ਨੇ ਉਹ ਆਏ ਸੀਗੇ, 4 ਕੋਟਾ ਤੋਂ ਵਿਦਿਆਰਥੀ ਆਏ ਹੋਏ ਸੀਗੇ। ਸੋ ਇਹ ਜਿਹੜੀ ਗਿਣਤੀ ਵੱਧ ਰਹੀ ਹੈ ਤਾਂ ਇਹ ਨਵੇਂ ਮਾਮਲਿਆਂ ਦੀ ਗਿਣਤੀ ਵੱਧ ਰਹੀ ਹੈ ਔਰ ਅੱਜ ਦਾ ਦਿਨ ਬਹੁਤ ਹੀ ਖਤਰਨਾਕ ਸਾਡੇ ਵਾਸਤੇ ਅੱਜ ਪੰਜਾਬ ਵਾਸਤੇ ਸਾਬਤ ਹੋਇਆ। 33 ਮਾਮਲੇ ਨਵੇਂ ਅੱਜ ਇੱਕ ਦਿਨ ਦੇ ਵਿੱਚ ਆਣੇ, ਇਹ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ। ਜਿੱਥੇ ਇੱਕ ਪਾਸੇ ਅੱਜ ਮੁੱਖ ਮੰਤਰੀ ਨੇ ਰਾਹਤ ਦਿੱਤੀ ਥੋੜੀ ਜੀ, 4 ਘੰਟੇ ਤੱਕ ਜਿਹੜਾ ਕਰਫਿਊ ਦੇ ਵਿੱਚ ਢਿੱਲ ਦਿੱਤੀ ਗਈ ਹੈ, ਉੱਥੇ ਹੀ ਦੂਜੇ ਪਾਸੇ ਇਹ ਖਬਰ ਆਉਣੀ ਕਿ ਉਸ ਦਿਨ 33 ਮਾਮਲੇ ਆਉਣੇ, ਇਹ ਬਹੁਤ ਜ਼ਿਆਦਾ ਮੈਨੂੰ ਲੱਗਦਾ ਕਿ ਖਤਰਨਾਕ ਤੇ ਗੰਭੀਰ ਹੈ। ਇਸ ਤਰ੍ਹਾਂ ਇੰਨੇ ਵੱਧ ਮਾਮਲੇ ਇੱਕੋ ਦਿਨ ਚ ਆ ਜਾਣਾ ਤੇ ਉਸ ਤੋਂ ਅਗਲੇ ਦਿਨ ਢਿੱਲ ਜਿਹੜੀ 7 ਤੋਂ 11 ਦੇ ਢਿੱਲ ਦਿੱਤੀ ਗਈ ਹੈ, ਕੁਝ ਫੈਕਟਰੀਆਂ ਖੁੱਲਣਗੀਆਂ, ਕੁਝ ਦੁਕਾਨਾਂ ਖੁੱਲਣਗੀਆਂ। ਸਮਝੋ ਤੇ ਤਾਂ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਬਣ ਜਾਏਗਾ ਜੇ ਇਸੇ ਤਰ੍ਹਾਂ ਮਾਮਲੇ ਵੀ ਵੱਧਦੇ ਰਹਿਣਗੇ ਤੇ ਢਿੱਲ ਵੀ ਮਿਲਦੀ ਰਹੇਗੀ। ਪਰ ਦੇਖੋ ਇਹਦੇ 'ਚ ਇੱਕ ਪੋਜ਼ਿਟਿਵਿਟੀ ਦੀ ਸਾਨੂੰ ਗੱਲ ਕਰਨੀ ਚਾਹੀਦੀ ਹੈ। ਮੈਂ ਇੱਥੇ ਪੋਜ਼ਿਟਿਵ ਖਬਰ, ਅਸੀਂ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਇਹਦਾ ਇੱਕ ਚੰਗਾ ਪੱਖ ਦੇਖੀਏ। ਕਿਸੇ ਵੀ ਤਰ੍ਹਾਂ ਦੀ ਕੋਈ ਦੁਖਦਾਈ ਖਬਰ ਅੱਜ ਨਹੀਂ ਆਈ, ਕੋਈ ਮੌਤ ਦੀ ਖਬਰ ਪੰਜਾਬ ਦੇ ਵਿੱਚੋਂ ਸੁਮਨ ਨਹੀਂ ਆਈ, ਤਾਂ ਇੱਕ ਚੰਗੀ ਗੱਲ ਹੈ। ਪਰ ਇੱਕ ਮਾੜੀ ਗੱਲ ਇਹ ਹੈ ਕਿ ਇਹਦੇ ਨਾਲ ਹੀ ਅੱਜ ਕੋਈ ਪੇਸ਼ੈਂਟ ਠੀਕ ਵੀ ਨਹੀਂ ਹੋਇਆ। ਤਾਂ ਅੱਜ ਜਿਹੜਾ ਮਿਕਸ ਜਿਹਾ ਅੱਜ ਦਿਨ ਰਿਹਾ ਹੈਗਾ ਕਿ 33 ਪੇਸ਼ੈਂਟ ਆਏ ਨੇ, ਹਾਲਾਂਕਿ ਮੌਤ ਦੀ ਕੋਈ ਖਬਰ ਨਹੀਂ ਆਈ, ਪਰ ਕੋਈ ਪੇਸ਼ੈਂਟ ਅੱਜ ਦੇ ਦਿਨ ਠੀਕ ਵੀ ਨਹੀਂ ਹੋਇਆ। ਅੱਜ ਕੋਈ ਵੈਂਟੀਲੇਟਰ ਤੇ ਵੀ ਨਵਾਂ ਮਰੀਜ਼ ਨਹੀਂ ਪਾਇਆ ਗਿਆ। ਇੱਕ ਚੰਗੀ ਸੁੱਖ ਦੀ ਖਬਰ ਹੈ ਕਿ ਬਹੁਤ ਅੱਛੀ ਗੱਲ ਹੈ ਕਿ ਨਹੀਂ ਜੇਕਰ ਪਾਇਆ ਗਿਆ ਔਰ ਉਮੀਦ ਕਰਦੇ ਹਾਂ ਕਿ ਬਹੁਤ ਸਾਰੇ ਲੋਕਾਂ ਨੂੰ ਹੋ ਰਿਹਾ ਤਾਂ ਉਹ ਰਿਕਵਰ ਕਰ ਰਹੇ ਨੇ, ਠੀਕ ਹੋ ਰਹੇ ਨੇ। ਇਹਦੇ ਨਾਲ ਹੀ ICU ਦੇ ਵਿੱਚ ਵੀ ਅੱਜ ਕੋਈ ਮਰੀਜ਼ ਜਿਹੜਾ ਉਹ ਐਡਮਿਟ ਨਹੀਂ ਕੀਤਾ ਗਿਆ ਔਰ ਆਕਸੀਜਨ ਸਪੋਰਟ ਦੇ ਉੱਤੇ ਵੀ ਕਿਸੇ ਮਰੀਜ਼ ਨੂੰ ਅੱਜ ਨਹੀਂ ਪਾਇਆ ਗਿਆ। ਇਹ ਪੋਜ਼ਿਟਿਵਸ ਨੇ। ਪਰ ਦਰਸ਼ਕਾਂ ਨੂੰ ਇੱਕ ਵਾਰ ਫਿਰ ਤੋਂ ਦੱਸ ਦਿੰਦੇ ਹਾਂ ਕਿ ਕਿੱਥੋਂ ਕਿੱਥੋਂ ਜਿਹੜੇ 33 ਮਾਮਲੇ ਆਏ ਨੇ। SBS ਨਗਰ ਤੋਂ 2 ਮਾਮਲੇ, ਫਰੀਦਕੋਟ ਤੋਂ 3 ਮਾਮਲੇ ਨਵੇਂ ਆਏ ਨੇ। ਲੁਧਿਆਣਾ ਨੇ ਨੰਬਰ 'ਚ ਵਾਧਾ ਕੀਤਾ ਇਹ, ਲੁਧਿਆਣਾ ਤੋਂ 11 ਮਾਮਲੇ ਇਕੱਠੇ ਅੱਜ ਸਾਹਮਣੇ ਆਏ ਨੇ। ਹੁਸ਼ਿਆਰਪੁਰ ਤੋਂ 3 ਮਾਮਲੇ ਨਵੇਂ ਆਏ। SAS ਨਗਰ ਤੋਂ ਅੱਜ 8 ਮਾਮਲੇ ਨਵੇਂ ਆਏ ਨੇ, ਜਿਹਦੇ 'ਚ 5 ਨਵੇਂ ਕੇਸ ਆਏ ਨੇ। ਇਹ ਬੜੀ ਚਿੰਤਾ ਦਾ ਵਿਸ਼ਾ ਹੈ। ਪਟਿਆਲੇ ਤੋਂ 2 ਹੋਰ ਮਾਮਲੇ ਨਵੇਂ ਆਏ ਹੈ। ਜਲੰਧਰ ਤੋਂ 1 ਕੇਸ ਆਇਆ। ਇਹ ਚੰਗੀ ਗੱਲ ਹੈ ਕਿ ਜਲੰਧਰ ਦਾ ਅੱਜ ਅੰਕੜਾ ਘਟਿਆ, ਨਹੀਂ ਤਾਂ ਜਲੰਧਰ ਲਗਾਤਾਰ ਵੱਧਦਾ ਜਾ ਰਿਹਾ ਸੀਗਾ ਔਰ ਇਹ ਬੜਾ ਅਫਸੋਸ ਦੀ ਗੱਲ ਸੀਗੀ, ਅਸੀਂ ਚਿੰਤਾ ਦੇ ਵਿੱਚ ਸੀਗੇ। ਸੰਗਰੂਰ ਤੋਂ ਵੀ 1 ਮਾਮਲਾ ਔਰ ਬਠਿੰਡਾ ਦਾ ਜਿਵੇਂ ਤੁਸੀਂ ਦੱਸਿਆ ਕਿ 0 ਟੁੱਟਿਆ ਅੱਜ। ਇੰਨੇ ਦਿਨਾਂ ਤੋਂ ਅਸੀਂ ਇਹ ਸ਼ੁਕਰ ਕਰ ਰਹੇ ਸੀ ਦਾਤੇ ਦਾ ਕਿ ਬਠਿੰਡਾ ਸੁੱਖੀ ਸਾਂਦੀ 0 ਤੇ ਬੈਠਾ, 0 ਤੇ ਰਵੇ। ਫਾਜ਼ਿਲਕਾ 0 ਤੇ ਸੀ। ਮੁਕਤਸਰ ਤੇ ਵੀ 1 ਮਾਮਲਾ ਆਇਆ ਤਾਂ ਮੁਕਤਸਰ 1 ਤੇ ਹੋ ਗਿਆ ਸੀਗਾ। ਪਰ ਫਿਰੋਜ਼ਪੁਰ ਦੇ ਵਿੱਚ ਅਸੀਂ ਦੱਸ ਦਈਏ ਕਿ ਫਿਰੋਜ਼ਪੁਰ ਦਾ ਜਿਹੜਾ ਮਾਮਲਾ ਸੀਗਾ ਉਹ ਖਬਰ ਆਈ ਸੀ ਸਵੇਰੇ ਕਿ ਉਹ ਠੀਕ ਹੋ ਗਿਆ, ਕਿਉਰ ਹੋ ਗਿਆ, ਪਰ ਉਹ ਮੈਨੂੰ ਲੱਗਦਾ ਕਿ ਹਾਲੇ ਤੱਕ ਅਪਡੇਟ ਜਿਹੜਾ ਉਹ ਨਹੀਂ ਪਹੁੰਚਿਆ ਹੋਣਾ ਹੁਣ ਤੱਕ। ਪਰ ਇਹ ਸਾਡੇ ਤੱਕ ਇਹ ਜ਼ਰੂਰ ਖਬਰ ਸੀਗੀ ਕਿ ਫਿਰੋਜ਼ਪੁਰ ਦੇ DC ਨੇ ਬਕਾਇਦਾ ਤੌਰ ਤੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ
ਕਿ ਜਿਹੜੇ ACP ਕੋਹਲੀ ਦੇ ਨਾਲ ਜਿਹੜੇ ਹੌਲਦਾਰ ਸੀਗੇ ਉਹ ਠੀਕ ਹੋ ਗਏ ਨੇ। ਹਾਲਾਂਕਿ ਮੈਨੂੰ ਲੱਗਦਾ ਉਹ ਕੱਲ ਇਸ ਗੱਲ ਨੂੰ ਅਪਡੇਟ ਸਰਕਾਰ ਜ਼ਰੂਰ ਕਰ ਦੂਗੀ। ਸੁਮਨ ਸਿਮਰਨਜੋਤ, ਇੱਕ ਸੁਖਦ ਖਬਰ ਇਹ ਵੀ ਹੈ ਕਿ ਹੁਣ ਤੱਕ ਪੰਜਾਬ ਦੇ ਵਿੱਚ 104 ਮਰੀਜ਼ਾਂ ਨੇ ਰਿਕਵਰੀ ਕੀਤੀ ਹੈ, 104 ਲੋਕ ਠੀਕ ਹੋਏ ਨੇ। ਤਾਂ ਕਿਉਂਕਿ ਅਸੀਂ ਤੁਹਾਨੂੰ ਬਾਰ-ਬਾਰ ਕਹਿ ਰਹੇ ਹਾਂ ਕਿ ਅਸੀਂ ਪੋਜ਼ਿਟਿਵਿਟੀ ਜ਼ਰੂਰ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਪੋਜ਼ਿਟਿਵਿਟੀ ਹੁੰਦੀ ਵੀ ਹੈ, ਕਿਉਂਕਿ ਅੱਜ ਜਿਸ ਤਰ੍ਹਾਂ ਸਿਮਰਨਜੋਤ ਨੇ ਦੱਸਿਆ ਹੈ ਕਿ ਨਾ ਹੀ ਕੋਈ ਵੈਂਟੀਲੇਟਰ ਤੇ ਗਿਆ, ਨਾ ਹੀ ਕੋਈ ਆਕਸੀਜਨ ਸਪੋਰਟ ਤੇ, ਕੋਈ ਮੌਤ ਵੀ ਨਹੀਂ ਹੋਈ, ਜੋ ਚੰਗੀ ਗੱਲ ਹੈ। 104 ਲੋਕਾਂ ਦੀ ਰਿਕਵਰੀ ਹੋਣੀ ਵੀ ਇੱਕ ਚੰਗਾ ਸਾਈਨ ਹੈ। ਬਿਲਕੁਲ ਬਿਲਕੁਲ 375 ਦਾ ਜੇ ਕੁੱਲ ਅੰਕੜਾ ਹੋਇਆ, ਪੰਜਾਬ 375 ਤੇ ਪਹੁੰਚਿਆ, ਪਰ 104 ਮਰੀਜ਼ ਠੀਕ ਹੋਏ ਆ। ਸਾਨੂੰ ਇਹਦੇ ਤੇ ਜ਼ਰੂਰ ਧਿਆਨ ਰੱਖਣਾ ਚਾਹੀਦਾ। ਐਕਟਿਵ ਮਾਮਲੇ 200 ਹੁਣ ਤੱਕ 52 ਨੇ, ਤਾਂ ਐਕਟਿਵ ਜਿਹੜੇ ਨੇ 252 ਨੇ। 19 ਮੌਤਾਂ ਪੰਜਾਬ ਦੇ ਵਿੱਚ ਹੁਣ ਤੱਕ ਹੋ ਚੁੱਕੀਆਂ ਔਰ ਉਮੀਦ ਕਰਦੇ ਆ ਕਿ ਮਾਮਲੇ ਨਾ ਵਧਣ। ਪਰ ਅੱਜ ਜਿਸ ਤਰ੍ਹਾਂ 33 ਮਾਮਲੇ ਸਾਹਮਣੇ ਆਏ ਆ, ਇਹ ਬੜਾ ਇੱਕ ਚਿੰਤਾ ਦਾ ਵਿਸ਼ਾ ਪੰਜਾਬ ਦੀ ਸਰਕਾਰ ਵਾਸਤੇ ਬਣਿਆ। ਹਾਲਾਂਕਿ ਸਰਕਾਰ ਨੇ ਅੱਜ 21 ਦਿਨ ਜਿਹੜਾ ਮਾਫ ਕਰਨਾ 14 ਦਿਨ ਹੋਰ ਵਧਾਉਣ ਦਾ ਜਿਹੜਾ ਫੈਸਲਾ ਕੀਤਾ ਹੈ ਕਰਫਿਊ ਨੂੰ। 3 ਤਰੀਕ ਤੋਂ 14 ਦਿਨ ਹੋਰ, ਯਾਨੀ ਕਿ 17 ਤਰੀਕ ਤੱਕ ਕਰਫਿਊ ਜਿਹੜਾ ਇਹ ਜਾਰੀ ਰਹੂਗਾ, 17 ਮਈ ਤੱਕ। ਔਰ 4 ਘੰਟੇ ਦੀ ਖੁੱਲ੍ਹ ਦਿੱਤੀ ਹੈ, 7 ਤੋਂ 11 ਦੀ ਖੁੱਲ੍ਹ ਦੇ ਦਿੱਤੀ ਹੈ। ਦੁਕਾਨਾਂ ਜਿਹੜੀਆਂ ਖੁੱਲ੍ਹ ਸਕਣਗੀਆਂ, ਠੇਕੇ ਬੰਦ ਰਹਿਣਗੇ, ਸ਼ਾਪਿੰਗ ਮਾਲ ਕੰਪਲੈਕਸ ਬੰਦ ਰਹਿਣਗੇ, ਸਲੂਨਸ ਬੰਦ ਰਹਿਣਗੇ ਔਰ ਟਿਊਸ਼ਨ ਸੈਂਟਰ, ਆਇਲ ਸੈਂਟਰ, ਜਿਮ, ਸਕੂਲ, ਇੰਸਟੀਟਿਊਸ਼ਨਸ ਇਹ ਬੰਦ ਰਹਿਣਗੇ। ਪਰ ਇਹਨਾਂ ਹਾਲਾਤਾਂ ਦੇ ਵਿੱਚ ਅੱਜ ਮੁਸ਼ਕਲ ਦੀ ਗੱਲ ਇਹ ਹੈ ਕਿ 33 ਮਾਮਲਿਆਂ ਦਾ ਵਧਣਾ ਔਰ ਬਠਿੰਡਾ ਦਾ 0 ਟੁੱਟਣਾ, ਇਹ ਅੱਜ ਦੇ ਨੈਗੇਟਿਵ ਸਾਡੇ ਵਾਸਤੇ ਦੁੱਖ ਭਰੀ ਗੱਲ ਹੈ। ਸਿਮਰਨਜੋਤ, ਇੱਕ ਅਪੀਲ ਮੈਂ ਚਾਹਾਂਗੀ ਕਿ ਅਸੀਂ ਕਰੀਏ ਉਹਨਾਂ ਦਰਸ਼ਕਾਂ ਨੂੰ ਜੋ ਸਾਡੇ ਨਾਲ ਜੁੜੇ ਹੋਏ ਨੇ, ਕਿਉਂਕਿ ਕੱਲ ਤੋਂ ਜਿਹੜੀ ਢਿੱਲ ਸ਼ੁਰੂ ਹੋਣ ਜਾ ਰਹੀ ਹੈ, ਤਾਂ ਬਹੁਤ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਤੁਸੀਂ ਆਪਣਾ ਬਚਾਵ ਆਪ ਕਰਨਾ, ਇਸ ਵੇਲੇ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ। ਤੁਸੀਂ ਜਦੋਂ ਜਿਹੜੇ ਰਿਲੈਕਸੇਸ਼ਨ ਆਵਰਸ ਮਿਲੇ ਨੇ ਸਵੇਰੇ 7 ਤੋਂ 11 ਦੇ ਵਿੱਚ, ਜੇਕਰ ਤੁਸੀਂ ਇੰਡਸਟਰੀ ਖੋਲ ਰਹੇ ਹੋ, ਤੁਸੀਂ ਆਪਣੀ ਫੈਕਟਰੀ ਖੋਲ ਰਹੇ ਹੋ, ਤੁਸੀਂ ਉਹ ਦੁਕਾਨ ਖੋਲ ਰਹੇ ਹੋ, ਜੇਕਰ ਤੁਹਾਨੂੰ ਤੁਹਾਡੇ ਜ਼ਿਲ੍ਹੇ ਦੇ DCs ਨੇ ਪਰਮਿਸ਼ਨ ਦੇ ਦਿੱਤੀ ਹੈ, ਤਾਂ ਤੁਸੀਂ ਮਾਸਕ ਦੀ ਵਰਤੋਂ ਜ਼ਰੂਰ ਕਰਨੀ ਹੈ। ਤੁਸੀਂ 2 ਮੀਟਰ ਡਿਸਟੈਂਸ ਦਾ ਜ਼ਰੂਰ ਧਿਆਨ ਰੱਖਣਾ ਹੈ। ਤੁਸੀਂ ਸੈਨੀਟਾਈਜ਼ਰ ਜਾਂ ਬਾਰ-ਬਾਰ ਹੱਥ ਧੋਣਾ ਬਿਲਕੁਲ ਵੀ ਨਹੀਂ ਭੁੱਲਣਾ। ਸਿਮਰਨਜੋਤ, ਇੱਕ ਅਪੀਲ ਜ਼ਰੂਰ ਆਪਣੇ ਪਲੇਟਫਾਰਮ ਰਾਹੀਂ ਮੈਂ ਚਾਹਾਂਗੀ ਕਿ ਤੁਸੀਂ ਦਰਸ਼ਕਾਂ ਨੂੰ ਕਰੋ। ਬਿਲਕੁਲ, ਬਹੁਤ ਲਾਜ਼ਮੀ ਹੈ ਕਿ ਜੇ ਇਹਦਾ ਮਤਲਬ ਇਹ ਨਹੀਂ ਹੈ ਕਿ 4 ਘੰਟੇ ਦੀ ਤੁਹਾਨੂੰ ਖੁੱਲ੍ਹ ਦਿੱਤੀ ਤਾਂ ਤੁਸੀਂ ਕੁਝ ਵੀ ਕਰੋਗੇ। CM ਨੇ ਬਕਾਇਦਾ ਤੌਰ ਤੇ ਇਹ ਗੱਲ ਕਹੀ ਹੈ ਸੁਮਨ ਕਿ ਜੇ ਤੁਸੀਂ ਆਪਦੇ ਕਿਸੇ ਸਕੇ ਸੰਬੰਧੀ, ਰਿਸ਼ਤੇਦਾਰ ਨੂੰ, ਦੋਸਤ ਨੂੰ, ਮਿੱਤਰ ਨੂੰ ਮਿਲਣ ਵਾਸਤੇ ਜੇ ਜਾਂਦੇ ਹੋ ਔਰ ਫੜੇ ਜਾਂਦੇ ਹੋ ਤਾਂ ਉਹਦੇ ਤੇ ਕਾਰਵਾਈ ਤੁਹਾਡੇ ਤੇ ਹੋਊਗੀ। ਐਸਾ ਤੁਸੀਂ ਬਿਲਕੁਲ ਨਹੀਂ ਕਰ ਸਕਦੇ। ਤੁਹਾਡੀਆਂ ਦੁਕਾਨਾਂ ਖੁੱਲ੍ਹਣ ਦੀ ਜਿਹੜੀ ਇਜਾਜ਼ਤ ਹੈ ਤੁਹਾਡੇ ਸੰਬੰਧਿਤ ਜ਼ਿਲ੍ਹਿਆਂ ਦੇ ਜਿਹੜੇ DC ਨੇ, ਪ੍ਰਸ਼ਾਸਨ ਹੈ ਜਿਹੜਾ ਤੁਹਾਡੇ ਤੱਕ ਉਹ ਮੈਸੇਜ ਪਹੁੰਚਦਾ ਕਰ ਰਿਹਾ ਹੈ ਮੀਡੀਆ ਦੇ ਰਾਹੀਂ ਔਰ ਹੋਰ ਜਿਹੜੇ WhatsApp ਗਰੁੱਪਾਂ ਦੇ ਰਾਹੀਂ ਤੁਹਾਡੇ ਤੱਕ ਉਹ ਆਪੋ ਆਪਣੇ ਜ਼ਿਲ੍ਹੇ ਦੇ ਵਿੱਚ ਹਦਾਇਤਾਂ ਪਹੁੰਚਣਗੀਆਂ। ਉਦੋਂ ਤੱਕ ਤੁਸੀਂ ਦੁਕਾਨਾਂ ਖੋਲ੍ਹਣ ਬਾਰੇ ਨਾ ਸੋਚੋ। ਪਹਿਲਾਂ ਉਸ ਫੈਸਲੇ ਦੀ, ਉਸ ਹਦਾਇਤਾਂ ਦੀ ਉਡੀਕ ਕਰ ਲਓ ਤੁਹਾਡੇ ਆਪਦੇ ਜ਼ਿਲ੍ਹੇ ਦੇ ਵਿੱਚ ਕੀ ਹੋ ਰਿਹਾ ਸੀ। ਪਹਿਲਾਂ ਵੀ ਦੱਸਿਆ ਸੀ ਕਿ ਮੁੱਖ ਮੰਤਰੀ ਨੇ ਵੀ ਸਾਫ਼ ਕੀਤਾ ਹੈ ਕਿ ਰੈੱਡ ਜ਼ੋਨ ਦੇ ਵਿੱਚ ਜਿਹੜੇ ਜ਼ਿਲ੍ਹੇ ਆਉਂਦੇ ਨੇ ਉੱਥੇ ਲਾਗੂ ਨਹੀਂ ਹੁੰਦਾ। ਤਾਂ ਰੈੱਡ ਜ਼ੋਨ ਦੇ ਵਿੱਚ ਪਠਾਨਕੋਟ ਆਉਂਦਾ, ਮੋਹਾਲੀ ਆਉਂਦਾ, ਲੁਧਿਆਣਾ ਆਉਂਦਾ, ਪਟਿਆਲਾ ਆਉਂਦਾ ਤੇ ਜਲੰਧਰ ਆਉਂਦਾ। ਤਾਂ ਇੱਥੇ ਇਹ ਲਾਗੂ ਨਹੀਂ ਹੁੰਦਾ। 4 ਤੋਂ ਮਾਫ ਕਰਨਾ 7 ਤੋਂ 11 ਜਿਹੜਾ 4 ਘੰਟੇ ਹੈ ਇਹ ਨਹੀਂ ਰਹੂਗਾ। ਪਰ ਅੱਜ ਦੇ ਮਾਮਲੇ ਜਿਹੜੇ ਕੇਸਿਸ 33 ਵਧਣ ਦੇ ਨਾਲ ਪੰਜਾਬ ਦੇ ਵਿੱਚ ਇੱਕ ਚਿੰਤਾ ਦਾ ਵਿਸ਼ਾ ਬਣਿਆ। ਸਰਕਾਰ ਇਸ ਗੱਲ ਤੇ ਘਿਰਦੀ ਨਜ਼ਰ ਆਈ ਹੈ ਕਿ ਆਖਰਕਾਰ ਸਰਕਾਰ ਹਜੂਰ ਸਾਹਿਬ ਤੋਂ ਜਦੋਂ ਲੋਕਾਂ ਨੂੰ, ਸ਼ਰਧਾਲੂਆਂ ਨੂੰ ਲੈ ਕੇ ਆ ਰਹੀ ਸੀ ਤਾਂ ਉੱਥੇ ਟੈਸਟਿੰਗ ਕਿਉਂ ਨਹੀਂ ਕੀਤੀ ਗਈ? ਉੱਥੇ ਕਿਉਂ ਨਹੀਂ ਚੈੱਕ ਕੀਤਾ ਗਿਆ? ਕੀ ਮਹਾਰਾਸ਼ਟਰ ਦੀ ਸਰਕਾਰ ਇਸ ਗੱਲ ਤੋਂ, ਔਰ ਮਹਾਰਾਸ਼ਟਰ ਸਭ ਤੋਂ ਜ਼ਿਆਦਾ ਕੇਸਿਸ ਨੇ, ਤਕਰੀਬਨ 800 850 ਕੇਸ ਮਹਾਰਾਸ਼ਟਰ ਦੇ ਵਿੱਚ ਹੈ ਸੁਮਨ। ਕੀ ਮਹਾਰਾਸ਼ਟਰ ਦੀ ਸਰਕਾਰ ਇਸ ਗੱਲ ਤੋਂ ਡਰਦੀ ਸੀ ਕਿ ਉਹਨਾਂ ਦੇ ਬਦ ਇੰਤਜ਼ਾਮੀ ਹੋਈ ਹੈ ਇਸ ਗੱਲ ਦੇ ਵਿੱਚ ਕਿ ਇਹ ਜੇ ਹਜੂਰ ਸਾਹਿਬ ਦੀ ਸੰਗਤ ਉੱਥੇ ਪੋਜ਼ਿਟਿਵ ਹੋ ਰਹੀ ਹੈ ਤਾਂ ਇਹ ਮਹਾਰਾਸ਼ਟਰ ਦੀ ਸਰਕਾਰ ਦੀ ਬਦ ਇੰਤਜ਼ਾਮੀ ਹੈ? ਤਾਂ ਉਹਨਾਂ ਨੇ ਆਪਦਾ ਖਹਿੜਾ ਛੁਡਵਾਇਆ ਇਹ ਕਿ ਸੰਗਤ ਨੂੰ ਵਾਪਸ ਭੇਜਿਆ ਤਾਂ ਉੱਥੇ ਟੈਸਟਿੰਗ ਨਹੀਂ ਕੀਤੀ ਗਈ। ਜੇ 4000 ਦੀ ਸੰਗਤ ਵੀ ਸੀ ਤਾਂ ਕੱਲੇ ਬੰਦੇ ਦੀ ਉੱਥੇ ਟੈਸਟਿੰਗ ਹੋਣੀ ਚਾਹੀਦੀ ਸੀ। ਔਰ ਦੂਜੀ ਗੱਲ ਹੈ, ਜਦੋਂ ਪੰਜਾਬ ਦੇ ਵਿੱਚ ਐਂਟਰ ਕਰ ਜਾਂਦੇ ਆ, ਤਰਨਤਾਰਨ ਵਾਲਾ ਮਾਮਲਾ ਤੁਹਾਡੇ ਯਾਦ ਕਰਾਉਣਾ, ਤਾਂ ਤਰਨਤਾਰਨ ਦੇ ਮਾਮਲੇ ਦੇ ਵਿੱਚ ਸਰਕਾਰ ਸ਼ਰਧਾਲੂਆਂ ਦੇ ਪਹੁੰਚਣ ਤੋਂ ਅਗਲੇ ਦਿਨ ਚਿੱਠੀ ਜਾਰੀ ਕਰਦਾ ਕਿ ਇਹਨਾਂ ਨੂੰ ਕੁਆਰੰਟਾਈਨ ਕੀਤਾ ਜਾਵੇ ਔਰ ਇਹ ਬੰਦੇ ਇੱਥੇ ਆਏ ਨੇ। ਤਾਂ ਬੜੀ ਵੱਡੀ ਨੈਗਲੀਜੈਂਸ, ਕਿਤੇ ਨਾ ਕਿਤੇ ਲੋਕਾਂ ਦੀ ਲਾਪਰਵਾਹੀ, ਲੋਕਾਂ ਨੇ ਜਿਹੜਾ ਸਰਕਾਰ ਤੋਂ ਛੁਪਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਹੜੇ ਪ੍ਰਾਈਵੇਟ ਤੌਰ ਤੇ ਗੱਡੀਆਂ ਕਰਕੇ ਆਏ, ਤਾਂ ਲੋਕ ਵੀ ਰਿਸਪੌਂਸਿਬਲ ਨੇ ਇਸ ਦੇ ਪਿੱਛੇ। ਦੇਖੋ, ਲੋਕ ਰਿਸਪੌਂਸਿਬਲ ਨੇ, ਪਰ ਇੱਕ ਵੱਡੀ ਗੱਲ ਇਸ ਗੱਲ ਨੂੰ ਸਮਝੋ ਤੁਸੀਂ, ਉਹ ਏਸਿਮਟੋਮੈਟਿਕਸ ਨੇ, ਉਹਨਾਂ ਦੇ ਲੱਛਣ ਨਹੀਂ ਆਏ। ਜੇ ਲੱਛਣ ਆਏ ਹੁੰਦੇ ਤੇ ਨਾ ਦੱਸਦੇ। ਹਰ ਬੰਦੇ ਨੂੰ ਆਪਦੀ ਜਾਨ ਦਾ ਵੀ ਫਿਕਰ ਹੈ ਸਮਨ। ਅਸੀਂ ਇਸ ਗੱਲ ਨੂੰ ਇਹ ਨਾ ਸੋਚੀਏ
ਕਿ ਅਸੀਂ ਬੜਾ ਸੌਖਾ ਹੁੰਦਾ ਇਹ ਕਹਿ ਦੇਣਾ ਕਿ ਲੋਕਾਂ ਨੇ ਨਹੀਂ ਆਪਦੀ ਜ਼ਿੰਮੇਵਾਰੀ ਸਮਝੀ। ਹੁਣ ਤਾਂ ਸਰਕਾਰ ਵੀ ਇਹ ਕਹਿ ਦੂਗੀ ਕਿ ਲੋਕਾਂ ਨੇ ਨਹੀਂ ਸਮਝੀ। ਉਹਨਾਂ ਨੂੰ ਕੋਈ ਸੁਪਨਾ ਨਹੀਂ ਆਇਆ ਸੀ ਵੀ ਉਹਨਾਂ ਨੂੰ ਕਰੋਨਾ ਹੋ ਗਿਆ। ਇਹ ਕਿਹੜਾ ਬਾਂਹ ਦੇ ਉੱਤੇ ਫੋੜਾ ਨਿਕਲਿਆ ਸੀਗਾ ਤੇ ਉਹਨਾਂ ਨੇ ਸਰਕਾਰ ਤੋਂ ਲੁਕੋ ਲਿਆ ਤੇ ਦੱਸਿਆ ਨਹੀਂ। ਉਹਨਾਂ ਨੂੰ ਖੁਦ ਨੂੰ ਨਹੀਂ ਪਤਾ ਸੀਗਾ ਕਿ ਉਹ ਪੋਜ਼ਿਟਿਵ ਨੇ ਮਰੀਜ਼। ਸਭ ਤੋਂ ਵੱਡੀ ਗੱਲ ਇਹ ਹੈ। ਔਰ ਜਦੋਂ ਇਸ ਗੱਲ ਦੇ ਉੱਤੇ ਤਾਂ ਫਿਰ ਇਹ ਵੀ ਸਵਾਲ ਉੱਠਦਾ ਕਿ ਜਿਹੜੇ ਅਸੀਂ ਉਹ ਵੀਡੀਓ ਦਿਖਾਈ ਹੈ ਜਿਹਦੇ ਵਿੱਚ ਉਹ ਹਜੂਰ ਸਾਹਿਬ ਤੋਂ ਵਾਪਸ ਆਏ ਹੋਏ ਸ਼ਖਸ ਨੂੰ ਲੈਣ ਜਾਂਦੇ ਨੇ ਤੇ ਜਿਹੋ ਜਿਹੇ ਹਾਲਾਤਾਂ ਦੇ ਉੱਤੇ ਉਹ ਜਿਹੜੀ ਐਂਬੂਲੈਂਸ ਹੈ, ਫਿਰ ਉਹਦੇ ਵਿੱਚ ਕੀ ਲੋਕਾਂ ਦਾ ਕਸੂਰ ਹੈ? ਉਹਦੇ 'ਚ ਸਰਕਾਰ ਦੀ ਹੈਲਥ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਬਣਦੀ ਹੈ। ਉਹ ਤਸਵੀਰਾਂ ਦੇਖ ਕੇ ਸ਼ਰਮ ਆਉਂਦੀ ਹੈ ਕਿ ਉੱਥੇ ਬੌਕਰ ਮਾਰਦੇ ਜਦੋਂ ਝਾੜੂ ਦੇ ਰਿਹਾ ਅੰਦਰ ਜਾ ਕੇ, ਜਿਵੇਂ ਆਮ ਆਪਾਂ ਕੂੜਾ ਸੰਭਰੀਦਾ ਨਾ ਕਿਸੇ ਥਾਂ ਦੇ ਉੱਤੇ, ਉਵੇਂ ਉਹ ਧੂੜ ਉੜਦੀ ਹੋਈ, ਮਿੱਟੀ ਉੜਦੀ ਹੋਈ ਨਜ਼ਰ ਆਉਂਦੀ ਹੈ। ਤਾਂ ਇਹਨਾਂ ਹਾਲਾਤਾਂ ਦੇ ਵਿੱਚ ਤੁਸੀਂ ਸ਼ਰਧਾਲੂਆਂ ਦੇ ਉੱਤੇ, ਲੋਕਾਂ ਦੇ ਉੱਤੇ ਕੋਈ ਸਵਾਲ ਨਹੀਂ ਕਰ ਸਕਦੇ। ਇਹ ਜ਼ਿੰਮੇਵਾਰੀ ਬਣਦੀ ਸੀ ਸਰਕਾਰ ਦੀ ਕਿ ਤੁਸੀਂ ਉਹਨਾਂ ਨੂੰ ਬਾਰਡਰ ਦੇ ਉੱਤੇ ਰੋਕ ਲੈਂਦੇ, ਉੱਥੇ ਉਹਨਾਂ ਦੀ ਸਕਰੀਨਿੰਗ ਟੈਸਟਿੰਗ ਹੋ ਜਾਂਦੀ ਔਰ ਉਹਨਾਂ ਨੂੰ ਹੁਣ ਵੀ ਤਾਂ ਤੁਸੀਂ ਕੁਆਰੰਟਾਈਨ ਸੈਂਟਰਾਂ ਦੇ ਵਿੱਚ ਪਹੁੰਚਾਇਆ। ਤਾਂ ਤੁਹਾਡਾ ਉਦੋਂ ਜ਼ਿਹਨ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਕਿਉਂ ਨਹੀਂ ਆਈਆਂ ਕਿ ਉਹ ਬਾਹਰੋਂ ਆ ਰਹੇ ਆ ਤਾਂ ਇਸ ਤਰ੍ਹਾਂ ਹੋ ਸਕਦਾ ਹੈ? ਔਰ ਇਹ ਬੜਾ ਸਰੇਆਮ, ਇਹ ਬੜਾ ਸੌਖਾ ਹੈ ਸੌਫਟ ਟਾਰਗੇਟ ਬਣਾਉਣਾ ਕਿ ਉੱਥੇ ਜੀ ਸ਼ਰਧਾਲੂ ਬੈਠੇ ਸੀਗੇ ਔਰ ਉਹਨਾਂ ਨੇ ਆਪਣਾ ਧਿਆਨ ਨਹੀਂ ਰੱਖਿਆ। ਉਹਨਾਂ ਦਾ ਜੀ ਨਹੀਂ ਕਰਦਾ ਸੀ, ਉਹ ਉੱਥੇ ਬੈਠੇ ਸੀ ਤਾਂ ਉਹ ਮਜਬੂਰੀ 'ਚ ਬੈਠੇ ਸੀਗੇ। ਸਰਕਾਰ ਦੀ ਜ਼ਿੰਮੇਵਾਰੀ ਹੈ, ਸਰਕਾਰ ਨੂੰ ਇਸ ਗੱਲ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਉਸ ਵੇਲੇ ਤਾਂ ਸਰਕਾਰ ਕ੍ਰੈਡਿਟ ਵਾਰ ਦੇ ਵਿੱਚ ਪਈ ਹੋਈ ਸੀ। ਤੁਹਾਡੇ ਯਾਦ ਹੋਣਾ ਕਿ ਬੱਸਾਂ ਜਦੋਂ ਬਠਿੰਡਿਓਂ ਮਨਪ੍ਰੀਤ ਬਾਦਲ ਨੇ ਰਵਾਨਾ ਕੀਤੀਆਂ ਕਿ ਅਸੀਂ ਬੱਸਾਂ ਰਵਾਨਾ ਕਰ ਰਹੇ ਹਾਂ ਜੀ, ਇੰਨੇ ਬੰਦੇ ਜਾ ਰਹੇ ਹੈ। ਜਦੋਂ ਡਰਾਈਵਰ ਦੀ ਰਾਹ 'ਚ ਮੌਤ ਹੋਈ ਹੈ ਸਾਰਿਆਂ ਨੇ ਅਸੀਂ ਦੁੱਖ ਪ੍ਰਗਟ ਕੀਤਾ। ਉਦੋਂ ਵੀ ਕਿਸੇ ਦੇ ਜ਼ਿਹਨ 'ਚ ਇਹ ਗੱਲ ਨਹੀਂ ਆਈ, ਕਿਸੇ ਨੇ ਨਹੀਂ ਕਿਹਾ, ਸਵਾਲ ਨਹੀਂ ਕੀਤਾ ਕਿ ਉੱਥੇ ਉਹਨਾਂ ਦੀ ਸਕਰੀਨਿੰਗ ਹੋ ਜੇ। ਫਿਰ ਵਾਪਸ ਆਏ ਆ ਜਦੋਂ ਉਹ ਲੈ ਕੇ ਸੰਗਤ ਨੂੰ, ਹਾਲਾਂਕਿ ਜਿਹੜੇ ਇਹ ਤਰਨਤਾਰਨ ਵਾਲੇ ਆਏ ਇਹ ਪ੍ਰਾਈਵੇਟ ਆਪਦੀ ਟੈਕਸੀ ਕਰਕੇ ਆਏ ਸੀ। ਇੱਕ ਹੋਰ ਗੱਲ ਇਹਦੇ 'ਚ ਇਹ ਵੀ ਪਤਾ ਲੱਗਿਆ, ਕੁਝ ਮੀਡੀਆ ਰਿਪੋਰਟ ਸੀਗੀਆਂ ਕਿ ਜਿਹੜਾ ਉਹ ਐਂਬੂਲੈਂਸ ਚਲਾ ਕੇ ਲੈ ਕੇ ਗਏ ਉਹ ਐਸਐਮਓ ਖੁਦ ਆਪ ਚਲਾ ਕੇ ਲੈ ਕੇ ਜਾ ਰਹੇ ਹੈ। ਡਰਾਈਵਰ ਵੀ ਨਹੀਂ ਸੀ ਮੌਜੂਦ ਸੀਗਾ। ਐਡੀ ਜਿਹੜੀ ਉਹ ਕੋਈ ਕਹਿ ਲੋ ਕਿ ਐਡੀ ਜ਼ਬਰਦਸਤ ਗੱਡੀ ਦਿੱਤੀ ਹੈ, ਇੰਨੀ ਆਲੀਸ਼ਾਨ, ਜਿਹਦੇ 'ਚ ਮਰੀਜ਼ ਨੂੰ ਲਿਜਾਇਆ ਜਾ ਰਿਹਾ, ਐਸਐਮਓ ਆਪ ਚਲਾ ਕੇ ਲਿਜਾ ਰਹੇ ਹੈ। ਮੈਨੂੰ ਲੱਗਦਾ ਸ਼ਰਮ ਆਉਣੀ ਚਾਹੀਦੀ। ਔਰ ਇਹਦੀ ਜ਼ਿੰਮੇਵਾਰੀ ਬਿਲਕੁਲ ਤੁਸੀਂ ਸ਼ਰਧਾਲੂਆਂ ਦੇ ਉੱਤੇ ਔਰ ਉਹਨਾਂ ਲੋਕਾਂ ਦੇ ਉੱਤੇ ਇਹਨਾਂ ਹਾਲਾਤਾਂ ਦੇ ਵਿੱਚ ਸਵਾਲ ਵੀ ਨਹੀਂ ਕਰ ਸਕਦੇ। ਉਹਨਾਂ ਦੀ ਗਲਤੀ ਤਾਂ ਹੈ ਹੁਣ ਜੇ ਕੋਈ ਵਾਪਸ ਆ ਰਿਹਾ ਔਰ ਉਹ ਆਪਦੇ ਆਪ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਗਲਤ ਹੈ। ਤੁਸੀਂ ਉਹਦੇ ਤੇ ਕਾਰਵਾਈ ਕਰੋ, ਤੁਸੀਂ ਉਹਦੇ ਤੇ ਪਰਚਾ ਦਰਜ ਕਰੋ ਕਿ ਉਹ ਆਪਦੇ ਆਪ ਨੂੰ ਲੁਕੋ ਰਿਹਾ ਹੈ। ਪਰ ਜਿਹੜੇ ਲੋਕ ਆ ਗਏ, ਤੁਹਾਡੇ ਆਪਣੇ ਜ਼ਿਹਨ 'ਚ ਨਹੀਂ ਸੀਗਾ ਜਦੋਂ ਕਿ ਉਹਨਾਂ ਨੂੰ ਅਸੀਂ ਟੈਸਟ ਕਰਨਾ ਹੈ ਔਰ ਤੁਸੀਂ ਇਹ ਐਕਸਪੈਕਟ ਕਰਦੇ ਹੋ ਕਿ ਉਹ ਆਪ ਤੁਰ ਕੇ ਤੁਹਾਡੇ ਕੋਲੇ ਆ ਜਾਂਦੇ ਕਿ ਸਾਡੇ ਟੈਸਟ ਕਰ ਲਓ ਭਾਈ, ਇਹ ਨਾ ਇਨਸਾਫੀ ਹੋਊਗੀ। ਹੋਰ ਵੀ ਬਹੁਤ ਸਾਰੇ ਹੁਣ ਲੋਕ ਬਠਿੰਡਾ ਦੇ 80-90 ਲੋਕ ਮਹਾਰਾਸ਼ਟਰ ਦੇ ਵਿੱਚ ਫਸੇ ਹੋਏ ਨੇ ਜੋ ਪ੍ਰਸ਼ਾਸਨ ਨੂੰ ਅਪੀਲ ਕਰ ਰਹੇ ਨੇ ਕਿ ਸਾਡੀ ਘਰ ਵਾਪਸੀ ਦਾ ਇੰਤਜ਼ਾਮ ਕੀਤਾ ਜਾਏ। ਮੈਨੂੰ ਲੱਗਦਾ ਸ਼ਾਇਦ ਹੁਣ ਥੋੜਾ ਧਿਆਨ ਰੱਖਿਆ ਜਾਏਗਾ ਉਹਨਾਂ ਨੂੰ ਬਠਿੰਡਾ ਵਾਪਸ ਬੁਲਾਉਣ ਦਾ। ਨਹੀਂ, ਹੁਣ ਤਾਂ ਇਹ ਕਲੀਅਰ ਹੀ ਹੋ ਗਿਆ ਨਾ, ਸਰਕਾਰ ਨੇ ਆਪਦੇ ਬਾਰਡਰ ਸੀਲ ਕਰਤੇ ਨੇ। ਈਵਨ ਜ਼ਿਲ੍ਹਿਆਂ ਦੇ ਬਾਰਡਰ ਸੀਲ ਹੋ ਗਏ। ਮੈਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕੱਲ ਮੁਕਤਸਰ ਜ਼ਿਲ੍ਹੇ ਦੇ ਜਿਹੜੇ ਅਧਿਕਾਰੀ ਨੇ ਉਹ ਕਿੱਲਿਆਂ ਵਾਲੀ ਦਾ ਬਾਰਡਰ ਪੈਂਦਾ ਡੱਬ ਵਾਲੀ ਦੇ ਨਾਲ ਹਰਿਆਣੇ ਤੋਂ, ਖੁੱਲਾ ਸੀਗਾ, ਉਹ ਬੰਦ ਕਰਾ ਕੇ ਆਏ ਨੇ। ਤਾਂ ਸਰਕਾਰ ਨੇ 4 ਚੁਫੇਰਿਓਂ ਪੰਜਾਬ ਦੇ ਬਾਰਡਰ ਸੀਲ ਕਰਕੇ ਜਿਹੜਾ ਕੋਈ ਬਾਹਰੋਂ ਆ ਰਿਹਾ ਇਹ ਮੈਂਡੇਟਰੀ ਕਰਤਾ ਕਿ 21 ਦਿਨ ਵਾਸਤੇ ਜੇ ਤੁਸੀਂ ਪੰਜਾਬ ਦੇ ਬਾਹਰੋਂ ਆ ਰਹੇ ਹੋ ਤੁਹਾਨੂੰ ਆਈਸੋਲੇਸ਼ਨ ਸੈਂਟਰ ਦੇ ਵਿੱਚ ਰਹਿਣਾ ਹੀ ਪਊਗਾ। ਇਹ ਕਲੀਅਰ ਹੋ ਗਿਆ। ਹੁਣ ਸਰਕਾਰ ਕਰ ਰਹੀ ਹੈ, ਹੁਣ ਕੋਈ ਦੋ ਰਾਏ ਨਹੀਂ ਹੈ। ਹੁਣ ਸਰਕਾਰ ਨੇ ਫੈਸਲਾ ਲਿਆ। ਹੁਣ ਇਹ ਨਹੀਂ ਹੈ ਕਿ ਤੁਸੀਂ ਪੰਜਾਬ ਦੇ ਬਾਹਰੋਂ ਆ ਰਹੇ ਹੋ ਤਾਂ ਤੁਸੀਂ ਆਂਦੇ ਸਾਰ ਆਪਦੇ ਘਰ ਆ ਜਾਓ। ਹੁਣ ਤੁਹਾਨੂੰ ਚਾਹੇ ਤੁਸੀਂ ਕਿਸੇ ਵੀ ਜਗ੍ਹਾ ਤੋਂ, ਕੋਈ ਸਟੂਡੈਂਟ ਹੋ, ਤੁਸੀਂ ਕੋਈ ਸ਼ਰਧਾਲੂ ਹੋ, ਤੁਹਾਨੂੰ ਉਹਦੇ ਵਿੱਚ ਰਹਿਣਾ ਪੈਣਾ। ਦੂਜੀ ਗੱਲ ਇਹ ਹੈ ਕਿ ਇਹ ਇੱਕ ਚੰਗੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਇੱਕ ਬਿਹਤਰ ਗੱਲ ਇਹ ਹੈ ਕਿ ਪੰਜਾਬ ਦੀ ਸਰਕਾਰ ਨੇ ਕਿਸੇ ਜਗ੍ਹਾ ਤੇ ਵੀ ਜੋ ਆਪਣੇ ਸਰਕਾਰੀ ਤੌਰ ਦੇ ਉੱਤੇ ਅੰਕੜੇ ਦਿੰਦੀ ਹੈ, ਸਰਕਾਰ ਬੁਲੇਟਿਨ ਜਾਰੀ ਕਰਦੀ ਹੈ, ਇਹ ਨਹੀਂ ਸਪੈਸੀਫਾਈ ਕੀਤਾ ਹੋਇਆ ਕਿ ਇਹ ਕੋਈ ਹਜੂਰ ਸਾਹਿਬ ਤੋਂ ਸੀ ਜਾਂ ਸ਼ਰਧਾਲੂ ਸੀ ਜਾਂ ਕੌਣ ਸੀ। ਇਹ ਸਾਡੇ ਵੱਲੋਂ, ਮੀਡੀਆ ਵੱਲੋਂ ਹੋ ਰਿਹਾ ਜਾਂ ਆਮ ਲੋਕਾਂ ਵੱਲੋਂ ਹੋ ਰਿਹਾ ਹੈ। ਲੇਕਿਨ ਜਿਹੜਾ ਸਰਕਾਰੀ ਮੈਡੀਕਲ ਬੁਲੇਟਿਨ ਹੈ ਜੇ ਤੁਸੀਂ ਪੜ੍ਹੋਗੇ ਤਾਂ ਉਹਦੇ 'ਚ ਨਿਊ ਕੇਸਿਸ ਤਾਂ ਉਹ ਲਿਖ ਰਹੇ ਹੈ, ਪਰ ਉਹ ਇਸ ਨੂੰ ਕਿਤੇ ਵੀ ਇਹ ਨਹੀਂ ਸਪੈਸੀਫਾਈ ਕਰ ਰਹੇ ਕਿ ਉਹ ਨਹੀਂ ਹੈ। ਤਾਂ ਇੱਕ ਚੰਗੀ ਗੱਲ ਹੈ ਇਹਦੇ 'ਚ ਬਿਹਤਰੀ। ਮੈਂ ਤੁਹਾਨੂੰ ਦੱਸਦਾ, ਜਿਵੇਂ ਮਰਕਜ਼ ਵਾਲਿਆਂ ਦੇ ਖਿਲਾਫ ਇੱਕ ਬਹੁਤ ਵੱਡੀ ਪ੍ਰੋਪੋਗੰਡਾ ਹੋਇਆ, ਜੋ ਵੀ ਹੋਇਆ, ਦਿੱਲੀ ਦੀ ਸਰਕਾਰ ਨੇ ਵੀ ਇੱਕ ਵਾਰੀ ਬਕਾਇਦਾ ਤੌਰ ਤੇ ਇਹ ਸੈਗਰੀਗੇਟ ਕਰਕੇ ਦੱਸਿਆ ਕਿ ਮਰਕਜ਼ ਦੇ ਕਿੰਨੇ ਨੇ ਤੇ ਬਾਕੀ ਕਿੰਨੇ ਨੇ। ਤਾਂ ਮੈਨੂੰ ਲੱਗਦਾ ਇਹ ਅੱਛੀ ਗੱਲ ਹੈ ਕਿ ਜੇ ਇਸ ਤਰ੍ਹਾਂ ਦਾ ਫੈਸਲਾ ਹੈ। ਪਰ ਹੈਵਿੰਗ ਸੈਡ ਦਿਸ, ਇਹਦੇ ਨਾਲ ਸਰਕਾਰ ਦੀ ਕਮੀ, ਗਲਤੀਆਂ ਉਹ ਲੁਕੋਈਆਂ ਨਹੀਂ ਜਾ ਸਕਦੀਆਂ। ਜਿਸ ਤਰ੍ਹਾਂ ਦੀਆਂ ਹੈਲਥ ਫੈਸਿਲਿਟੀਜ਼ ਦਾ ਦਾਅਵਾ ਸੀਗਾ, ਜਿਵੇਂ ਉਹ ਬੋਕਰ ਮਾਰਦੇ ਫਿਰਦੇ ਸੀ ਜਾਂ ਨਹੀਂ ਪਹਿਲਾਂ ਫੈਸਲਾ ਕੋਈ ਲਿਆ ਗਿਆ, ਇਸ ਬਾਰੇ ਸੋਚਿਆ ਨਹੀਂ ਗਿਆ,
ਤਾਂ ਸਰਾਸਰ ਇਸ 'ਚ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਜੀ ਸਿਮਰਨਜੋਤ, ਪਰ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੁਣ ਕੱਲ ਤੋਂ ਇਹ ਦੇਖਣਾ ਹੋਏਗਾ, ਕਿਉਂਕਿ ਅੱਜ ਪੰਜਾਬ ਦੇ ਵਿੱਚ ਇਕੱਠੇ 33 ਕੇਸ ਸਾਹਮਣੇ ਆਏ ਨੇ ਤੇ ਕੱਲ ਤੋਂ ਰਿਲੈਕਸੇਸ਼ਨ ਮਿਲਣ ਜਾ ਰਹੀ ਹੈ। ਇੱਕ ਵੱਡੀ ਚਿੰਤਾ ਦਾ ਵਿਸ਼ਾ ਵੀ ਇਸ ਦੇ ਨਾਲ ਬਣਿਆ ਹੋਇਆ ਕਿ ਕੱਲ ਆਉਣ ਵਾਲਾ ਜਿਹੜਾ ਕੱਲ ਹੈ ਉਹ ਸੁੱਖੀ ਸਾਂਦ ਨਿਕਲ ਜਾਏ। ਲੋਕਾਂ ਨੂੰ ਆਪ ਸਮਝਣਾ ਪੈਣਾ ਸੁਮਨ। ਜੇ ਤੁਸੀਂ ਕਹੋਗੇ ਕੋਈ, ਅੱਜ ਇੱਕ ਹੋਰ ਗੱਲ ਤੁਹਾਨੂੰ ਦੱਸ ਦਈਏ ਕਿ ਅੱਜ ਇੱਕ ਅਨਾਉਂਸਮੈਂਟ ਹੋਈ ਕਿ ACP ਕੋਹਲੀ ਨੇ ਜਿਹੜੇ, ਉਹਨਾਂ ਦੇ ਪੁੱਤਰ ਨੂੰ ਸਬ ਇੰਸਪੈਕਟਰ ਅਪਾਇੰਟ ਕਰ ਦਿੱਤਾ ਗਿਆ ਸਰਕਾਰ ਵੱਲੋਂ, ਪਰ ਉਹਦੀ ਜੁਆਇਨਿੰਗ ਜਿਹੜੀ ਹੈ ਉਹ ਬਾਅਦ ਦੇ ਵਿੱਚ ਹੋਊਗੀ ਜਦੋਂ ਉਹ ਗ੍ਰੈਜੂਏਸ਼ਨ ਕਰ ਲੂਗਾ। ਇਹਦੇ ਨਾਲ ਹੀ DGP ਪੰਜਾਬ ਨੇ ਸਖਤ ਤੌਰ ਦੇ ਉੱਤੇ ਆਪਦੀ ਪੂਰੀ ਪੁਲਿਸ ਮਹਿਕਮੇ ਨੂੰ ਕਿਹਾ ਕਿ ਕਰਫਿਊ ਦੀ ਇੰਪੋਜੀਸ਼ਨ ਸਖਤੀ ਨਾਲ ਕਰੋ, ਪਰ ਇਨਹਿਊਮਨ ਨਾ ਹੋਵੇ। ਮਤਲਬ ਕਿ ਪੁਲਿਸ ਇਸ ਗੱਲ ਤੇ ਬੜੀ ਕਲੀਅਰ ਹੈ, ਤੁਸੀਂ ਇਸ ਗੱਲ ਦਾ ਧਿਆਨ ਰੱਖਿਓ। ਖੁੱਲ੍ਹ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਆਪਣੀ ਮਰਜ਼ੀ ਕਰੋਗੇ। ਇਨਹਿਊਮਨ ਨਾ ਹੋਵੇ ਦਾ ਮਤਲਬ ਹੈ ਕਿ ਪਿਛਲੀ ਵਾਰੀ ਜਿਹੜੀ ਡਾਂਗ ਫੇਰੀ ਸੀ ਉਹ ਨਾ ਫੇਰਿਓ, ਪਰ ਲੋਕਾਂ ਨੂੰ ਮਰਜ਼ੀ ਨਹੀਂ ਕਰਨ ਦੇਣੀ। ਇਹ ਨਹੀਂ ਹੈ ਕਿ ਤੁਸੀਂ ਆਪਦੀਆਂ ਦੁਕਾਨਾਂ ਖੋਲ ਕੇ ਤੇ ਸੜਕਾਂ ਤੇ ਉਤਰ ਆਓਗੇ, ਤੁਸੀਂ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਨਹੀਂ ਰੱਖੋਗੇ, ਜਾਂ ਤੁਸੀਂ ਕੱਟ ਕਰੋਗੇ ਤੇ ਪੁਲਿਸ ਕੋਈ ਕਾਰਵਾਈ ਨਹੀਂ ਕਰੂਗੀ। ਤੁਸੀਂ ਬਾਅਦ ਦੇ ਵਿੱਚ ਕੰਪਲੇਂਟ ਕਰੋ ਜਾਂ ਬਾਅਦ 'ਚ ਤੁਸੀਂ ਆਵਾਜ਼ ਬੁਲੰਦ ਕਰੋ ਕਿ ਸਾਡੇ ਨਾਲ ਧੱਕਾ ਹੋ ਰਿਹਾ ਹੈ, ਜਾਂ ਬਾਅਦ 'ਚ ਤੁਸੀਂ ਕਹੋ ਕਿ ਇਹ ਤਾਂ ਗਲਤ ਹੋ ਗਿਆ। ਇਸ ਤੋਂ ਪਹਿਲਾਂ ਹੀ ਇਸ ਗੱਲ ਦਾ ਧਿਆਨ ਰੱਖਿਓ ਕਿ ਤੁਹਾਨੂੰ ਜੇ ਇਸ ਗੱਲ ਦੀ ਇਜਾਜ਼ਤ ਦਿੱਤੀ ਗਈ ਹੈ ਤਾਂ ਸੋਸ਼ਲ ਡਿਸਟੈਂਸਿੰਗ ਮੇਨਟੇਨ ਰੱਖਣੀ ਔਰ ਪ੍ਰੋਪਰ ਦੂਰੀ ਬਣਾ ਕੇ ਰੱਖਣਾ, ਮਾਸਕ ਪਾ ਕੇ ਰੱਖਣੇ, ਗਲਵ ਪਾ ਕੇ ਰੱਖਣੇ। ਇਸ ਗੱਲ ਨੂੰ ਤੁਹਾਨੂੰ ਇਨਸ਼ੋਰ ਕਰਨਾ ਪੈਣਾ ਔਰ ਤੁਹਾਡੀ ਆਪਣੀ ਵੀ ਜਾਨ ਇਹਦੇ ਨਾਲ ਜੁੜੀ ਹੋਈ ਹੈ। ਗੱਲ ਹੋਰ ਹੈ, ਇੱਥੇ ਆਪਣੀ ਮਰਜ਼ੀ ਦੇ ਨਾਲ ਵੀ ਦੁਕਾਨਾਂ ਨਹੀਂ ਖੋਲਣੀਆਂ। ਦੇਖੋ ਜਿਹੜੇ ਹਜੂਰ ਸਾਹਿਬ ਵਾਲੇ ਲੁਧਿਆਣੇ ਵਾਲੇ ਬੰਦੇ ਆਏ ਨਾ ਪੋਜ਼ਿਟਿਵ, ਉਹ ਏਸਿਮਟੋਮੈਟਿਕ ਸੀ। ਉਹਦਾ ਮਤਲਬ ਸੀਗਾ ਕਿ ਉਹਨਾਂ ਦੇ ਕੋਈ ਲੱਛਣ ਨਹੀਂ ਆਏ। ਤਾਂ ਇਹਦਾ ਮਤਲਬ ਹੈ ਕਿ ਜੇ ਉਹ 14-15 ਦਿਨ ਹੋਰ ਵੀ ਐਂ ਤੁਰੇ ਫਿਰਦੇ ਤਾਂ ਉਹਨਾਂ ਨੂੰ ਕੁਝ ਮਹਿਸੂਸ ਨਹੀਂ ਸੀ ਹੋਣਾ ਤੇ ਕਰੋਨਾ 14 ਦਿਨ ਬਾਅਦ ਉਹਨਾਂ ਦੇ ਸਰੀਰ 'ਚੋਂ ਖਤਮ ਵੀ ਹੋ ਜਾਂਦਾ। ਪਰ ਮੰਨ ਲਓ ਕਿ ਮੈਂ ਇੱਕ ਹੈਲਦੀ ਬੰਦਾ, ਮੈਂ ਕਰੋਨਾ ਪੋਜ਼ਿਟਿਵ ਹਾਂ, ਮੈਨੂੰ ਨਹੀਂ ਪਤਾ ਮੈਂ ਕਰੋਨਾ ਪੋਜ਼ਿਟਿਵ ਹਾਂ, ਮੇਰੇ ਕੋਈ ਲੱਛਣ ਵੀ ਨਹੀਂ ਆ ਰਹੇ, ਕੋਈ ਬੁਖਾਰ ਨਹੀਂ ਹੋ ਰਿਹਾ, ਕੋਈ ਮੈਨੂੰ ਖੰਘ ਨਹੀਂ ਹੈ, ਜ਼ੁਕਾਮ ਨਹੀਂ ਹੈ, ਪਰ ਜ਼ਰੂਰੀ ਨਹੀਂ ਹੈ ਕਿ ਸਾਹਮਣੇ ਵਾਲਾ ਬੰਦਾ ਵੀ ਓਨਾ ਹੀ ਹੈਲਦੀ ਹੋਵੇ। ਤਾਂ ਹੋ ਸਕਦਾ ਕਿ ਮੈਂ ਇਹ ਕਰੋਨਾ ਉਹਨੂੰ ਦੇ ਦਿਆਂ, ਗਿਫਟ ਕਰ ਦਿਆਂ ਵੀ ਆਹ ਲੈ ਤੂੰ ਲੈ ਲੈ ਭਾਈ, ਨਾ ਮੈਨੂੰ ਪਤਾ ਹੈ ਨਾ ਉਹਨੂੰ ਪਤਾ ਹੈ, ਔਰ ਅਖੀਰ ਉਹ ਬੰਦਾ ਇਸ ਗੱਲ ਤੋਂ ਇਫੈਕਟ ਹੋਵੇ। ਸੋ ਆਪਣਾ ਧਿਆਨ ਆਪ ਵੀ ਰੱਖੋ। ਇਹ ਵਾਰ-ਵਾਰ ਅਸੀਂ ਕਹਿ ਰਹੇ ਹਾਂ, ਤੁਹਾਡੀ ਨੈਤਿਕ ਜ਼ਿੰਮੇਵਾਰੀ ਵੀ ਬਣਦੀ ਹੈ। ਜੇ ਨੈਤਿਕਤਾ ਨੂੰ ਛਿੱਕੇ ਵੀ ਟੰਗਦੀ ਹੈ, ਪਾਸੇ ਰੱਖ ਦਈਏ ਕਿ ਕੋਈ ਮੋਰੈਲਿਟੀ ਸਾਡੇ ਅੰਦਰ ਨਹੀਂ ਹੈਗੀ, ਫਿਰ ਵੀ ਘੱਟੋ ਘੱਟ ਆਪਦੇ ਪਰਿਵਾਰ ਦੀ ਤੇ ਆਪਦੀ ਜਾਨ ਵਾਸਤੇ ਤੁਸੀਂ ਇਹ ਗੱਲ ਦਾ ਧਿਆਨ ਰੱਖੋ। ਆਪਣੇ ਪਰਿਵਾਰ ਦੀ, ਆਪਣੀ ਤੇ ਆਪਣੇ ਸਮਾਜ ਦੀ ਜ਼ਰੂਰ ਇੱਕ ਨੈਤਿਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਤੁਸੀਂ ਇੰਨਾ ਤਾਂ ਕਰ ਹੀ ਸਕਦੇ ਹੋ, ਕਿਉਂਕਿ ਅੱਜ ਇੱਕ ਵੱਡੀ ਚਿੰਤਾ ਦਾ ਵਿਸ਼ਾ ਪੰਜਾਬ ਦੇ ਆંકੜੇ ਬਣੇ ਨੇ। ਅੱਜ ਬੜੀ ਵੱਡੀ ਗਿਣਤੀ ਦੇ ਵਿੱਚ ਲੋਕ ਪੋਜ਼ਿਟਿਵ ਪਾਏ ਗਏ ਨੇ। ਪੰਜਾਬ ਤੋਂ, ਸੂਬੇ ਤੋਂ, ਵੱਖ-ਵੱਖ ਹਿੱਸਿਆਂ ਤੋਂ ਜਿਹੜੀ ਰਿਪੋਰਟ ਸਾਹਮਣੇ ਆਈ ਹੈ, 2 ਮਰੀਜ਼ SBS ਨਗਰ ਤੋਂ, 3 ਫਰੀਦਕੋਟ ਤੋਂ, 11 ਮਾਮਲੇ, ਬਹੁਤ ਵੱਡੀ ਗਿਣਤੀ ਹੈ। 11 ਮਾਮਲੇ ਲੁਧਿਆਣਾ ਸ਼ਹਿਰ ਤੋਂ ਸਾਹਮਣੇ ਆਏ ਨੇ, ਜਿਸ ਤੋਂ ਬਾਅਦ ਹੁਣ ਲੁਧਿਆਣਾ ਸ਼ਹਿਰ ਵੀ ਰੈੱਡ ਜ਼ੋਨ ਦੇ ਅੰਡਰ ਆ ਚੁੱਕਾ ਹੈ। 3 ਮਾਮਲੇ ਹੁਸ਼ਿਆਰਪੁਰ ਤੋਂ, SAS ਨਗਰ ਤੋਂ 8, 2 ਪਟਿਆਲਾ ਤੋਂ, 1 ਜਲੰਧਰ, 1 ਸੰਗਰੂਰ ਅਤੇ 2 ਮਾਮਲੇ ਬਠਿੰਡਾ ਤੋਂ ਸਾਹਮਣੇ ਆਏ ਨੇ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਬਠਿੰਡਾ ਗ੍ਰੀਨ ਜ਼ੋਨ ਦੇ ਵਿੱਚ ਆ ਰਿਹਾ ਸੀ। ਬਠਿੰਡਾ ਦੇ ਵਿੱਚ ਕਰੋਨਾ ਦਾ ਕੋਈ ਮਾਮਲਾ ਨਹੀਂ ਸੀ, ਪਰ ਹੁਣ ਬਠਿੰਡਾ ਔਰੇਂਜ ਜ਼ੋਨ ਦੇ ਵਿੱਚ ਆ ਚੁੱਕਾ ਹੈ। 33 ਮਾਮਲੇ ਅੱਜ ਪੰਜਾਬ ਤੋਂ ਸਾਹਮਣੇ ਆਏ ਨੇ, ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਮਰੀਜ਼ਾਂ ਦੀ ਗਿਣਤੀ ਵੱਧ ਕੇ 375 ਤੇ ਪਹੁੰਚ ਗਈ ਹੈ। ਐਕਟਿਵ ਕੇਸਿਸ 252 ਨੇ, ਪਰ 104 ਲੋਕਾਂ ਨੇ ਜਿਹੜੀ ਹੈ ਰਿਕਵਰੀ ਕੀਤੀ ਹੈ। 19 ਮੌਤਾਂ ਹੁਣ ਤੱਕ ਪੰਜਾਬ ਦੇ ਵਿੱਚ ਹੋਈਆਂ ਨੇ। ਅੱਜ ਦਾ ਦਿਨ ਪੰਜਾਬ ਸੂਬੇ ਦੇ ਲਈ ਬੇहद ਦੁਖਦਾਈ ਇਸ ਕਰਕੇ ਰਿਹਾ ਕਿਉਂਕਿ 33 ਨਵੇਂ ਮਾਮਲੇ ਸਾਹਮਣੇ ਆਏ ਨੇ ਕਰੋਨਾ ਵਾਇਰਸ ਦੇ। ਪਰ ਕੱਲ ਤੋਂ ਜਿਹੜੀ ਰਿਲੈਕਸੇਸ਼ਨ ਮਿਲਣ ਜਾ ਰਹੀ ਹੈ, ਕੱਲ ਤੋਂ ਜਿਹੜੀ ਥਾਵਾਂ ਤੇ ਤੁਸੀਂ ਦੁਕਾਨਾਂ ਖੋਲਣੀਆਂ ਨੇ, ਤੁਸੀਂ ਫੈਕਟਰੀਆਂ ਖੋਲਣੀਆਂ ਹੈ, ਤਾਂ ਇਸ ਗੱਲ ਦਾ ਧਿਆਨ ਜ਼ਰੂਰ ਰੱਖਣਾ ਹੈ ਕਿ ਤੁਸੀਂ ਸੋਸ਼ਲ ਡਿਸਟੈਂਸਿੰਗ ਦੀ ਧੱਜੀਆਂ ਨਹੀਂ ਉਡਾਉਣੀਆਂ, ਤੁਸੀਂ ਮਾਸਕ ਦੀ ਵਰਤੋਂ ਕਰਨੀ ਹੈ। ਕੇਵਲ ਤੇ ਕੇਵਲ ਉਹ ਲੋਕ ਆਪਣੀਆਂ ਦੁਕਾਨਾਂ ਖੋਲਣ ਜਿਹੜੀਆਂ ਰਜਿਸਟਰਡ ਨੇ ਤੇ ਜਿਹੜੀਆਂ ਤੁਹਾਡੇ ਜ਼ਿਲ੍ਹੇ ਦੇ DC ਵੱਲੋਂ ਤੁਹਾਨੂੰ ਪਰਮਿਸ਼ਨ, ਕਿਉਂਕਿ ਰੋਟੇਸ਼ਨ ਦੀ ਗੱਲ ਬਾਰ-ਬਾਰ ਕਹੀ ਜਾ ਰਹੀ ਹੈ ਕਿ ਇੱਕ ਮਹੱਲੇ ਦੇ ਵਿੱਚ ਜੇਕਰ 10 ਦੁਕਾਨਾਂ ਨੇ ਤਾਂ ਰੋਟੇਸ਼ਨ ਦੇ ਵਿੱਚ ਖੁੱਲਣਗੀਆਂ। ਸਿਮਰਨਜੋਤ, ਇਹ ਗੱਲ ਦਾ ਧਿਆਨ ਰੱਖ ਕੇ ਜੇ ਸ਼ਾਇਦ ਅਸੀਂ ਪੂਰੇ ਪ੍ਰੀਕਾਸ਼ਨਸ ਦੇ ਨਾਲ ਇਹਨਾਂ ਰਿਲੈਕਸੇਸ਼ਨ ਆਵਰਸ ਦੀ ਵਰਤੋਂ ਕਰੀਏ ਤਾਂ ਜ਼ਰੂਰ ਅਸੀਂ ਬਚਾਅ ਕਰ ਸਕਦੇ ਹਾਂ, ਆਪਣਾ ਵੀ, ਆਪਣੇ ਪਰਿਵਾਰ ਦਾ ਵੀ ਤੇ ਆਪਣੇ ਸਮਾਜ ਦਾ ਵੀ। ਬਿਲਕੁਲ, ਇਹ ਤੁਹਾਡੇ ਤੇ ਹੈ, ਤੁਹਾਡੀ ਸਿਹਤ ਤੇ ਤੁਹਾਡੀ ਸੁਰੱਖਿਆ ਤੁਹਾਡੇ ਹੱਥ ਹੈ। ਤੁਸੀਂ ਕਿੰਨੀ ਸਿਆਣਪ ਵਰਤਦੇ ਹੋ, ਤੁਸੀਂ ਕਿੰਨਾ ਕਾਲੇ ਪੈਂਦੇ ਹੋ, ਜਾਂ ਫਿਰ ਤੁਸੀਂ ਚੀਜ਼ਾਂ ਨੂੰ ਨਹੀਂ ਸੰਭਾਲਦੇ। ਜੇ ਤੁਸੀਂ ਹਾਲਾਤ ਖਰਾਬ ਕਰੋਗੇ ਤਾਂ ਸਰਕਾਰ ਹੋਰ ਸਟ੍ਰਿਕਟ ਕਰ ਦੂਗੀ ਇਸ ਨੂੰ, ਕਿਉਂਕਿ ਇਹ ਜ਼ਰੂਰੀ ਨਹੀਂ ਹੈ ਕਿ 14 ਦਿਨ ਵਾਸਤੇ ਹੁਣ ਇਹ ਫੈਸਲਾ ਹੋ ਗਿਆ। ਤੁਸੀਂ ਨਹੀਂ ਧਿਆਨ ਰੱਖੋਗੇ, ਹੋ ਸਕਦਾ 2 ਦਿਨ ਬਾਅਦ ਸਰਕਾਰ ਨੂੰ ਫੈਸਲਾ ਲੈਣਾ ਪੈ ਜੇ ਕਿ ਸਭ ਕੁਝ ਦੁਬਾਰਾ। ਸੋ ਇਸ ਗੱਲ ਦਾ ਧਿਆਨ ਰੱਖੋ।
ਆਪਣੀ 38 ਦਿਨਾਂ ਦੀ ਮਿਹਨਤ ਤੇ ਇਸ ਤਰ੍ਹਾਂ ਮਿਹਨਤ ਤੇ ਪਾਣੀ ਨਾ ਫੇਰੋ, ਤੁਸੀਂ ਬਹੁਤ ਸੈਕਰੀਫਾਈਸ ਕਰ ਰਹੇ ਹੋ। ਪੰਜਾਬ ਦੇ ਮੈਂ ਹਮੇਸ਼ਾ ਕਹਿੰਦਾ ਸਿਰੜੀ ਲੋਕ ਨੇ, ਕਮਾਲ ਦੇ ਪੰਜਾਬੀਆਂ ਨੇ ਕਰੈਕਟਰ ਦਿਖਾਇਆ ਹੈ ਕਿ ਉਹ ਇੱਕ ਦੂਜੇ ਦੇ ਨਾਲ ਖੜੇ ਨੇ, ਉਹਨਾਂ ਨੇ ਗਰੀਬ ਦੇ ਮੂੰਹ 'ਚ ਲੰਗਰ ਵੀ ਪਾਇਆ, ਉਹ ਸੇਵਾ ਵੀ ਨਿਭਾਈ ਹੈ, ਆਪ ਦੇ ਪਿੰਡੇ ਤੇ ਵੀ ਹੰਡਾਰੇ ਨੇ। ਮਿਡਲ ਕਲਾਸ ਦੀ ਹਮੇਸ਼ਾ ਅਸੀਂ ਗੱਲ ਕਰਦੇ ਹਾਂ ਕਿ ਮਿਡਲ ਕਲਾਸ ਨੇ ਜੋ ਪੇਸ਼ੈਂਸ ਦਿਖਾਇਆ, ਅਸੀਂ ਉਸ ਗੱਲ ਨੂੰ ਸਮਝ ਸਕਦੇ ਹਾਂ, ਪਰ ਬਹੁਤ ਜ਼ਰੂਰੀ ਹੈ ਕਿ ਤੁਸੀਂ ਇਹਨੂੰ ਇਸੇ ਤਰ੍ਹਾਂ ਮੇਨਟੇਨ ਰੱਖੋ। ਅੱਜ ਦੇ ਨਵੇਂ 33 ਮਾਮਲੇ ਆਏ ਨੇ ਔਰ ਪੰਜਾਬ ਦੇ ਵਿੱਚ ਗਿਣਤੀ ਵੱਧ ਰਹੀ ਹੈ, ਤਾਂ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਇਹਨੂੰ ਇੱਥੇ ਰੋਕਣ ਦੇ ਵਿੱਚ ਯੋਗਦਾਨ ਪਾਓ। ਇਸ ਪੇਸ਼ਕਸ਼ 'ਚ ਇੰਨਾ ਹੀ। ਮੇਰੀ ਸਹਿਯੋਗੀ ਸੁਮਨ ਦੇ ਨਾਲ ਮੈਂ ਸਿਮਰਨਜੋਤ ਸਿੰਘ, ਧੰਨਵਾਦ।